ਬੱਚੇ ਸਾਨੂੰ 50,000 ਵੀ ਮੁਨਾਫਾ ਦਿੰਦੇ ਨੇ, ਬੱਚੇ ਸਾਨੂੰ ਤਕਰੀਬਨ 60,000 ਵੀ ਦਿੰਦੇ ਨੇ। ਕੁਝ ਬੱਚੇ ਸਾਡੇ ਐਸੇ ਹੁੰਦੇ ਜਿਹੜੇ ਸਾਨੂੰ 30,000 ਮੁਨਾਫਾ ਦਿੰਦੇ ਨੇ। ਉਹ ਬੱਚੇ ਤੇ ਡਿਪੈਂਡ ਕਰਦਾ ਕਿ ਬੱਚੇ ਦੀ ਖੂਬਸੂਰਤੀ ਤੇ ਡਿਪੈਂਡ ਕਰਦਾ ਹੈ। ਉਹ ਸਾਡਾ ਪਹਿਲਾ ਸਾਲ ਹੀ ਉਦੋਂ ਤਕਰੀਬਨ 10 ਬੱਚੇ ਰੱਖੇ ਹਨ, ਦੂਸਰੇ ਸਾਲ 20 ਬੱਚੇ ਰੱਖੇ ਨੇ, ਉਸ ਤੋਂ ਬਾਅਦ 30 ਫਿਰ ਆਸਤਾ 40 ਬੱਚੇ तक ही गए हैं। बिस्मिल्लाहिर्रहमानिर्रहीम। अस्सलाम वालेकुम नाजरीन इकराम, आज की इस वीडियो में दो तजर्बाकार एक्सपर्ट बछड़ा फार्मर्स बछड़ा फार्मिंग के मतलब तफसील से बताएंगे। मुदस्सर साहब ने लास्ट ईद पर 40 बछड़े सेल किए और फी बछड़ा इनको 40,000 बचत आई, यानी कि इन्होंने 40 बछड़ों से 16 लाख रुपया नफा हासिल किया। मुदस्सर साहब ने पहले साल 10 बछड़ों से ये काम का आगाज किया और अब ये हर साल ईद पर 40-50 बछड़े सेल करते हैं। तो आज की ये वीडियो बछड़ा फार्मिंग के मतलब किसी तोहफा से कम नहीं। वीडियो को इख्तिताम तक देखिएगा, इंशाअल्लाह अज़्वजल फायदा जरूर होगा। तो चलिए स्टार्ट करते हैं आज का अपना ये इंटरव्यू। अस्सलाम वालेकुम। वालेकुम सलाम। सर की हाल है? शुक्र अल्लाह दा, ठीक ठाक। सर अपना तारफ करवा दियो। मेरा नाम मुदस्सर अली है ते पिंड साडा तद्दू बसरा, तहसील डस्का। जनाब दा की नाम है? मेरा नाम मलक गुलाम मुर्तज़ा है, तद्दू बसरा दा मैं रहने वाला हाँ ते साडा फार्म है। मुदस्सर साहब, तुसी अपना जड़ा बच्चियां दे मुतलक तजर्बा है ਉਹਦੇ मुतलक दसो, किन्ने साल दा तजर्बा है ते ਤੁਹਾਡਾ ਜਿਹੜਾ ਬੱਚਿਆਂ ਦਾ ਤਜਰਬਾ ਹੈ ਉਹ कैसा ਰਿਹਾ है? साडा अल्हम्दुलिल्लाह 5 साल ਦਾ तजर्बा है बच्चियां दे बारे च, ते शुक्र अल्लाह पाक दा कि बड़ा अच्छा ही तजर्बा रहा है माशाअल्लाह। ਇਹ ਜਿਹੜੇ ਬੱਚੇ ਨੇ ਤੁਸੀਂ ਈਦ ਉੱਤੇ ਸੇਲ ਕਰਦੇ ਹੋ ਜਾਂ ਆਮ ਦਿਨਾਂ 'ਚ ਵੀ ਸੇਲ ਕਰ ਦਿੰਦੇ ਹੋ? यही तकरीबन 5 सालों तो ईद वास्ते बच्चे तैयार कर रहे हैं कुर्बानी दे। सर अपने तजर्बे के मुतलक दसो, ਜਦੋਂ ਤੁਸੀਂ ਇਹ ਕੰਮ ਦਾ ਸਟਾਰਟ ਲਿਆ ਉਦੋਂ ਕਿੰਨੇ ਬੱਚਿਆਂ ਤੋਂ ਲਿਆ ਤੇ ਹੁਣ ਤੁਸੀਂ ਈਦ ਉੱਤੇ ਕਿੰਨੇ ਬੱਚੇ ਸੇਲ ਕਰਦੇ ਹੋ? ਜਦੋਂ ਸਾਡਾ ਪਹਿਲਾ ਸਾਲ ਹੀ ਉਦੋਂ ਤਕਰੀਬਨ 10 ਬੱਚੇ ਰੱਖੇ ਹਨ, ਦੂਸਰੇ ਸਾਲ 20 ਬੱਚੇ ਰੱਖੇ ਨੇ, ਉਸ ਤੋਂ ਬਾਅਦ 30 ਫਿਰ ਆਸਤਾ 40 ਬੱਚੇ तक ही गए हैं। ਮਾਸ਼ਾਅੱਲਾ, ਯਾਨੀ ਕਿ ਜ਼ਿਆਦਾ ਤੋਂ ਜ਼ਿਆਦਾ ਤੁਸੀਂ 40 ਬੱਚੇ ਵੀ ਸੇਲ ਕੀਤੇ ਨੇ? ਹਾਂਜੀ ਬਿਲਕੁਲ। ਤੇ ਤੁਸੀਂ ਜਿਹੜੇ ਬੱਚੇ ਨੇ ਈਦ ਤੋਂ ਕਿੰਨੇ ਮਹੀਨੇ ਪਹਿਲੇ ਲੈ ਆਉਂਦੇ ਹੋ? ਅਸੀਂ ਤਕਰੀਬਨ 5 ਜਾਂ 6 ਮਹੀਨੇ ਪਹਿਲਾਂ ਬੱਚੇ ਲੈ ਕੇ ਆਉਂਦੇ ਹਾਂ, ਤਕਰੀਬਨ ਫਰਵਰੀ 22 ਫਰਵਰੀ 25 ਫਰਵਰੀ ਦੇ ਲਗਭਗ। ਤੇ ਇਸ ਟਾਈਮ ਤੁਸੀਂ ਸਿਰਫ ਹਲੇ 20 ਜਾਨਵਰ ਖਰੀਦੇ ਨੇ? ਇਸ ਟਾਈਮ ਸਾਡੇ ਕੋਲ ਫਿਲਹਾਲ 20 ਜਾਨਵਰ, ਲੇਕਿਨ ਸਾਡਾ ਇਰਾਦਾ ਹੈ 50 ਜਾਨਵਰ ਤੱਕ। ਮਾਸ਼ਾਅੱਲਾ, ਯਾਨੀ ਕਿ 30 ਹੋਰ ਖਰੀਦੋ ਦੇ? ਹਾਂਜੀ ਬਿਲਕੁਲ। ਤੇ ਸਰ ਇਹ ਜਿਹੜੇ ਤੁਸੀਂ ਜਾਨਵਰ ਖਰੀਦੇ ਨੇ ਇਹ ਐਵਰੇਜ ਇੱਕ ਬੱਚਾ ਕਿੰਨੇ ਕੁ ਦਾ ਮਿਲ ਗਿਆ? ਬੱਚੇ ਸਾਡੇ ਕੋਲ ਫਰਕੋ ਫਰਕੀ ਨੇ, ਕੁਛ ਸਾਡੇ ਕੋਲ ਬੱਚੇ ਨੇ 70,000, ਕੁਛ 90,000, ਕੁਛ 1 ਲੱਖ, ਲੇਕਿਨ ਇਹਨਾਂ ਦੀ ਟੋਟਲ ਜਿਹੜੀ ਐਵਰੇਜ ਉਹ ਸਾਡੇ ਕੋਲ 85,000 ਰੁਪਏ ਹੈ। 85,000? 85,000। ਅੱਛਾ ਸਰ, ਸਭ ਤੋਂ ਪਹਿਲੇ ਮੈਂ ਤੁਹਾਡਾ ਜਿਹੜਾ ਪਿਛਲਾ ਤਜਰਬਾ ਉਹਦੇ ਮੁਤਲਕ ਪੁੱਛਾਂਦਾ। ਤੁਸੀਂ ਮਾਸ਼ਾਅੱਲਾ ਜ਼ਿਆਦਾ ਤੋਂ ਜ਼ਿਆਦਾ 40 ਬੱਚੇ ਵੀ ਸੇਲ ਕੀਤੇ ਨੇ। ਇਹ ਦੱਸੋ ਕਿ ਜਿਹੜਾ ਬੱਚਾ ਤੁਸੀਂ 6 ਮਹੀਨੇ ਰੱਖਦੇ ਹੋ ਉਹਨੂੰ ਤਿਆਰ ਕਰਨ ਤੋਂ ਬਾਅਦ ਈਦ ਉੱਤੇ ਸੇਲ ਕਰਦੇ ਹੋ, ਉਹ ਇੱਕ ਬੱਚਾ ਕਿੰਨਾ ਕੁ ਜਿਹੜਾ ਨਾ ਪ੍ਰੋਫਿਟ ਦੇ ਜਾਂਦਾ ਜ਼ਿਆਦਾ ਤੋਂ ਜ਼ਿਆਦਾ? ਸਭ ਨਾਲ ਪਹਿਲਾਂ ਜਿਹੜਾ ਮੇਨ ਪੁਆਇੰਟ ਹੈ ਉਹ ਬੱਚੇ ਦੀ ਖਰੀਦਦਾਰੀ, ਕਿ ਮਾਰਕੀਟ 'ਚ ਜਾ ਕੇ ਹੀ ਬੱਚੇ ਕਿਹੜੀਆਂ ਚੀਜ਼ਾਂ ਦਾ ਸਾਨੂੰ ਜਿਹੜਾ ਖਿਆਲ ਰੱਖਣਾ ਪੈਂਦਾ ਜੀ। ਬੱਚਾ ਅੱਛੀ ਨਸਲ ਦਾ ਲੈ ਕੇ ਆਉਣਾ ਚਾਹੀਦਾ, ਸਾਈਵਾਲ ਨਸਲ ਦਾ। ਬੱਚੇ ਦੀ ਖੂਬਸੂਰਤੀ ਬਹੁਤ ਜ਼ਿਆਦਾ ਹੋਣੀ ਚਾਹੀਏ। ਲੋਕ ਜ਼ਿਆਦਾਤਰ ਬੱਚੇ ਦੀ ਖੂਬਸੂਰਤੀ ਪਸੰਦ ਕਰਦੇ ਨੇ ਜੀ ਜਿਹੜੇ ਈਦ ਵਾਸਤੇ। ਬੱਚੇ ਸਾਨੂੰ 50,000 ਵੀ ਮੁਨਾਫਾ ਦਿੰਦੇ ਨੇ, ਬੱਚੇ ਸਾਨੂੰ ਤਕਰੀਬਨ 60,000 ਵੀ ਦਿੰਦੇ ਨੇ। ਕੁਝ ਬੱਚੇ ਸਾਡੇ ਐਸੇ ਹੁੰਦੇ ਜਿਹੜੇ ਸਾਨੂੰ 30,000 ਮੁਨਾਫਾ ਦਿੰਦੇ ਨੇ। ਉਹ ਬੱਚੇ ਤੇ ਡਿਪੈਂਡ ਕਰਦਾ ਕਿ ਬੱਚੇ ਦੀ ਖੂਬਸੂਰਤੀ ਤੇ ਡਿਪੈਂਡ ਕਰਦਾ ਹੈ। ਵਜ਼ਨ ਦੇ ਹਿਸਾਬ ਨਾਲੋਂ ਖੂਬਸੂਰਤੀ ਤੇ ਜ਼ਿਆਦਾ ਲੋਕ ਪਸੰਦ ਕਰਦੇ ਨੇ ਜੀ। ਸਰ ਬੜਾ ਅੱਛਾ ਪੁਆਇੰਟ ਦੱਸਿਆ, ਯਾਨੀ ਕਿ ਈਦ ਉੱਤੇ ਸਿਰਫ ਜਾਨਵਰ ਦੀ ਖੂਬਸੂਰਤੀ ਪਸੰਦ ਕਰਦੇ ਨੇ ਜੀ। ਸਰ ਤੇ ਜਿਹੜੇ ਤੁਸੀਂ ਲਾਸਟ ਈਦ ਉੱਤੇ 40 ਬੱਚੇ ਸੇਲ ਕੀਤੇ ਨੇ ਉਹਨਾਂ ਦੀ ਕੀ ਰੇਸ਼ੋ ਰਹੀ ਹੈ? ਤੁਹਾਡਾ ਜਿਹੜਾ ਲਾਸਟ ਈਦ ਉੱਤੇ ਤਜਰਬਾ ਸਹੀ ਰਿਹਾ? ਅਲਹਮਦੁਲਿल्लाह ਸਾਡਾ ਤਜਰਬਾ ਬੜਾ ਹੀ ਅੱਛਾ ਰਿਹਾ। ਫੀ ਬੱਚਾ ਸਾਨੂੰ ਤਕਰੀਬਨ 40,000 ਪ੍ਰੋਫਿਟ 'ਚ ਸਾਡਾ ਜਿਹੜਾ ਨਾ ਗਿਆ, यानी कि फी बच्चा 40,000 एवरेज दसिया जे 40,000 एवरेज 40,000 प्रॉफिट। अगर 40 ने जरबे 40,000 कर लो ते नाज़रीन आप ही हिसाब ला लेंदे। अच्छा तुसी सर खरीदारी दे मुतलक दसिया कि खूबसूरती वेखो, साहीवाल दी नस्ल वेखो, इस तो इलावा बच्चा खरीददियां और केड़ी-केड़ी चीज़ वेखनी चाहिदी है?
ਉਹਦੀ ਉਮਰ ਦਾ ਲਿਹਾਜ਼ ਸਭ ਤੋਂ ਪਹਿਲਾਂ ਕਿ ਵੱਛਾ ਜਿਹੜਾ ਨਾ ਉਹ ਇਸ ਸਟੇਜ ਤੇ ਹੋਣਾ ਚਾਹੀਦਾ ਹੈ ਕਿ ਜਦੋਂ ਈਦ ਉਲ ਜ਼ਹਾ ਆਏ ਉਦੋਂ ਵੱਛੇ ਦੀ ਉਮਰ ਜਿਹੜੀ ਹੈ ਕਮ ਸੇ ਕਮ ਉਹ ਦੋਂਦਾ ਜ਼ਰੂਰ ਲੱਗਣਾ ਚਾਹੀਦਾ। ਤੇ ਖਰੀਦਦੇ ਵਕਤ ਉਹਦਾ ਮੂੰਹ ਪੁੱਟ ਕੇ ਦੰਦ ਹਿਲਦੇ ਵੇਖ ਲੈਣੇ ਚਾਹੀਦੇ ਨੇ, ਜਾਂ ਕਈਆਂ ਦੇ ਪੁੱਟੇ ਹੁੰਦੇ ਨੇ, ਉਹ ਵੇਖ ਕੇ ਤੇ ਫਿਰ ਵੱਛਾ ਲੈਣਾ ਚਾਹੀਦਾ। ਵੱਛੇ ਜਾਨਵਰ ਦਾ ਕੱਦ, ਉਹਦੀ ਵੇਲ, ਉਹਦੇ ਕੰਨ, ਉਹਦੇ ਦੰਦ, ਹਰ ਸ਼ੈ ਵੇਖ ਕੇ, ਉਹਦੀਆਂ ਅੱਖਾਂ, ਅੰਨਾ ਤੇ ਨਹੀਂ, ਹਰ ਚੀਜ਼ ਈਦ ਵਾਸਤੇ ਬਹੁਤ ਖੂਬਸੂਰਤ ਤੇ ਸੋਹਣੀ ਵੇਖ ਕੇ ਤੇ ਫਿਰ ਜਾਨਵਰ ਨੂੰ ਖਰੀਦਣਾ ਚਾਹੀਦਾ। ਔਰ ਦੇਣ ਦੇ ਵਕਤ ਵੀ ਇਹਨਾਂ ਚੀਜ਼ਾਂ ਦਾ ਲਿਹਾਜ਼ ਰੱਖਣਾ ਚਾਹੀਦਾ ਹੈ ਕਿ ਅਗਰ ਕੋਈ ਖਰੀਦਦਾ ਹੈ ਤੇ ਉਹਨੇ ਅੱਲਾ ਦੇ ਰਾਹ ਤੇ ਕੁਰਬਾਨ ਕਰਨਾ ਹੈ। ਅਗਰ ਕੋਈ ਬੱਚਾ ਨੁਕਸਾਨ ਕਰਦਾ ਹੈ ਤੇ ਉਹ ਅਸੀਂ ਲੈਦਾ ਕਰ ਲੈਂਦੇ ਆ, ਉਹ ਅਸੀਂ ਬਾਅਦ ਦੇ ਵਿੱਚ ਗੋਸ਼ਤ ਵਾਲਿਆਂ ਨੂੰ ਦਿੰਦੇ ਆ, ਅਸੀਂ ਉਹਨੂੰ ਫਰੋਖਤ ਨਹੀਂ ਕਰਦੇ। ਮਾਸ਼ਾਅੱਲਾ, ਯਾਨੀ ਇਮਾਨਦਾਰੀ ਨਾਲ ਤੁਸੀਂ ਇਹ ਕੰਮ ਜਾਨਵਰ ਦਿੱਤਾ ਜਾਂਦਾ। ਔਰ ਸਾਡੇ ਕੋਲ ਅਲਹਮਦੁਲਿਲਾ ਇਹ 1-2 ਸਾਲ ਦੇ ਵਿੱਚ ਸਾਡੇ ਕੋਲ ਗਾਹਕ ਇੰਨੇ ਕੁ ਨੇ ਕਿ ਸਾਡੇ ਫਾਰਮ ਦੇ ਉੱਤੇ ਆਣ ਕੇ ਤੇ ਉਹਦੀ ਖਰੀਦ ਕਰਦੇ ਨੇ ਤੇ ਸਾਡੇ ਮੂੰਹ ਮੰਗੇ ਦਾਮ ਦਿੰਦੇ ਨੇ, ਕਿਉਂਕਿ ਸਾਡੇ ਜਾਨਵਰਾਂ ਦੀ ਅੱਲਾ ਦੇ ਫਜ਼ਲੋ ਕਰਮ ਨਾਲ ਹਿਫਾਜ਼ਤ, ਉਹਨਾਂ ਦਾ ਵੰਡਾ, ਉਹਨਾਂ ਦੀ ਦੇਖਭਾਲ, ਉਹਨਾਂ ਦੇ ਥੱਲਿਓਂ ਜਿਹੜੀ ਸਫਾਈ ਹੈ ਜਾਨਵਰਾਂ ਦੀ, ਉਹ ਇਸ ਤਰੀਕੇ ਨਾਲ ਹੁੰਦੀ ਹੈ ਕਿ ਆਮ ਬੰਦਾ ਵੇਖ ਕੇ ਹੈਰਾਨ ਰਹਿ ਜਾਂਦਾ ਕਿ ਇੱਥੇ ਇਨਸਾਨ ਰਹਿੰਦੇ ਨੇ ਕਿ ਜਾਨਵਰ ਰਹਿੰਦੇ ਨੇ। ਜ਼ਿੰਦਾਬਾਦ। ਸਰ, ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਦੀ ਤਿਆਰੀ ਦੇ ਮੁਤਲਕ, ਇਹ ਦੱਸੋ ਕਿ ਜਿਹੜੇ ਬੱਚੇ ਤੁਸੀਂ ਈਦ ਤੋਂ ਕੋਈ 6 ਮਹੀਨੇ ਪਹਿਲੇ ਖਰੀਦਦੇ ਹੋ, ਉਹਨਾਂ ਦੀ ਤਿਆਰੀ ਕਿੰਜ ਕਰਦੇ ਹੋ, ਉਹਨਾਂ ਨੂੰ ਕੀ ਕੀ ਖਿਲਾਉਂਦੇ ਹੋ ਤੇ ਉਹਨਾਂ ਦੀ ਜਿਹੜੀ ਚੰਗੀ ਤਿਆਰੀ ਹੈ ਉਹ ਕਿੰਜ ਹੋ ਸਕਦੀ ਹੈ? ਅਸੀਂ ਜਨਾਬ ਜਦੋਂ ਉਹਨਾਂ ਨੂੰ ਲੈ ਕੇ ਆਉਂਦੇ ਆ ਤੇ 5-4 ਦਿਨ 10 ਦਿਨ ਤੋਂ ਬਾਅਦ ਅਸੀਂ ਉਹਨਾਂ ਨੂੰ ਸਭ ਤੋਂ ਪਹਿਲਾਂ ਉਹਨਾਂ ਨੂੰ ਨਿਲਜ਼ੈਨ ਦਿੰਦੇ ਆ, ਉਹਨਾਂ ਨੂੰ ਜਿਹੜੀ ਕੀੜੇ ਮਾਰ ਦਵਾ ਹੁੰਦੀ ਹੈ ਹਰ ਜਾਨਵਰ ਨੂੰ ਦਿੰਦੇ ਆ। ਉਹ ਜਦੋਂ ਜਾਨਵਰ ਠੀਕ ਸਾਫ਼ ਹੋ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਵੰਡਾ ਵੀ ਨਾਲ ਸ਼ੁਰੂ ਕਰ ਦਿੰਦੇ ਆ ਤੇ ਨਾਲ ਥੋੜਾ ਚਾਰਾ ਵੀ ਦਿੰਦੇ ਆ। ਤੇ ਵੰਡਾ ਜਿਹੜਾ ਅਸੀਂ ਜ਼ਿਆਦਾਤਰ 5 ਨੰਦ ਜਿਹੜਾ ਨਾ ਉਹ ਯੂਜ਼ ਕਰਨੇ ਆ। ਅੱਛਾ, ਇਹ ਰੈਡੀਮੇਡ ਹੈ? ਹਾਂਜੀ, ਤੋਂ ਅਲਹਮਦੁਲਿਲਾ ਬਹੁਤ ਚੰਗਾ ਵੰਡਾ, ਉਹ ਅਸੀਂ ਡਾਇਰੈਕਟ ਹੀ ਕਾੜੇ ਤੋਂ ਮੰਗਵਾਉਂਦੇ ਆ, ਤਕਰੀਬਨ ਪੂਰੀ ਗੱਡੀ ਕਮ ਸੇ ਕਮ, ਤੇ ਉਹ ਬਹੁਤ ਅੱਛਾ ਹੈ। ਉਹ ਕਮ ਸੇ ਕਮ ਉਹਦਾ ਵਜ਼ਨ ਜਿਹੜਾ ਨਾ ਉਹ ਇੱਕ ਦਿਨ ਦੇ ਵਿੱਚ ਤਕਰੀਬਨ ਕੋ ਅੱਧਾ-ਪੌਣਾ ਕਿਲੋ ਜਿਹੜਾ ਨਾ ਉਹਦਾ ਵਜ਼ਨ ਵਧਾਉਂਦਾ ਹੈ। ਤੇ ਬਾਕੀ ਆਮ ਰੂਟੀਨ ਦੇ ਨਾਲ ਉਹਨਾਂ ਦੀ ਹਿਫਾਜ਼ਤ ਦਾ ਧਿਆਨ ਰੱਖਣਾ, ਕਿਸੇ ਨੂੰ ਕੋਈ ਮਸਲਾ ਬਣ ਜਾ ਬਹਾਰ ਬੂਰ ਦਾ, ਟੀਕੇ ਛਿੱਕੇ ਲਾਣੇ ਪੈਂਦੇ ਨੇ, ਡਾਕਟਰ ਨਾਲ ਰਾਬਤਾ ਕਰਨਾ ਪੈਂਦਾ, ਫਿਰ ਹਰ ਮਹੀਨੇ ਡਾਕਟਰ ਨੂੰ ਸੱਦ ਕੇ ਤੇ ਉਹਨਾਂ ਨੂੰ ਚੈੱਕਅਪ ਕਰਵਾਉਣਾ ਪੈਂਦਾ ਕਿ ਇਹਦੀ ਕਿੰਨੀ ਕੁ ਬੜੋਤਰੀ ਹੋਈ ਹੈ, ਕਿੰਨਾ ਕੁ ਵਧਿਆ, ਕਿਹੜਾ ਜਾਨਵਰ ਘਟਦਾ ਪਿਆ, ਕਿਹੜਾ ਵੱਧਦਾ ਪਿਆ, ਜਿਹੜਾ ਘਟਦਾ ਪਿਆ ਉਹ ਕਿਉਂ ਘਟਦਾ ਪਿਆ ਜੀ। ਅੱਛਾ ਸਰ, ਜਿਹੜਾ ਵੰਡਾ ਜਦੋਂ ਤੁਸੀਂ ਜਾਨਵਰ ਆਪਣੇ ਫਾਰਮ ਤੇ ਲੈ ਕੇ ਆਉਂਦੇ ਹੋ, ਉਹਦੀ ਰੂਟੀਨ ਸ਼ੁਰੂ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਇੱਕ ਹੀ ਰੂਟੀਨ ਨਾਲ ਉਹਨੂੰ ਖਿਲਾਉਂਦੇ ਹੋ ਜਾਂ ਕਿ ਇਹਦੇ ਵਿੱਚ ਕੋਈ ਕਮੀ ਬੇਸ਼ੀ ਕਰਦੇ ਰਹਿੰਦੇ ਹੋ? ਥੋੜਾ ਅਸੀਂ ਸ਼ੁਰੂ ਕਰਨੇ ਆ 1 ਕਿਲੋ 1.25 ਕਿਲੋ ਤੋਂ, ਤੇ ਅਸੀਂ ਉਹ ਕੋ ਤਕਰੀਬਨ 7-8 ਕਿਲੋ ਤੱਕ ਕਰਨਾ ਜਾਂਦੇ ਆ ਤੇ ਇਨਸ਼ਾਅੱਲਾ ਤਾਲਾ ਜਾਨਵਰ ਜਿਹੜੇ ਨੇ ਨਾ ਉਹ ਬਿਲਕੁਲ ਤਿਆਰ ਹੋ ਜਾਂਦੇ ਨੇ। ਯਾਨੀ ਕਿਲੋ 2 ਤੋਂ ਸ਼ੁਰੂ ਕਰਕੇ 7-8 ਕਿਲੋ ਤੱਕ ਵੀ ਤੁਸੀਂ ਖਿਲਾਉਂਦੇ ਹੋ? ਜੀ। ਇਹ ਜਿਹੜਾ 7-8 ਕਿਲੋ ਵੇ ਉਹ ਬਿਲਕੁਲ ਤਿਆਰੀ ਦੇ ਕਰੀਬ ਹੁੰਦਾ, ਫਿਰ ਉਦੋਂ ਨੂੰ ਖਿਲਾਉਂਦੇ ਹੋ? ਹਾਂਜੀ ਬਿਲਕੁਲ, ਤਕਰੀਬਨ 1 ਮਹੀਨੇ ਜਦੋਂ ਰਹਿ ਜਾਂਦਾ ਨਾ ਉਦੋਂ ਇਹ ਫੁੱਲ ਵੰਡਾ ਜਿਹੜਾ ਨਾ 7 ਕਿਲੋ ਜਾਂ 8 ਕਿਲੋ ਜਿੰਨਾ ਕੋਈ ਜਾਨਵਰ ਸੌਖਾ ਪਚਾਏ ਉਹ ਅਸੀਂ ਜਾ ਕੇ ਆਖਰਲੇ ਮਹੀਨੇ ਦੇ ਵਿੱਚ ਦਿੰਦੇ ਆ। ਅਸਲ ਸਾਡੇ ਵੰਡੇ ਦੇ ਵਿੱਚ ਜ਼ਿਆਦਾਤਰ ਗੰਦਮ ਦਾ ਇਸਤੇਮਾਲ ਹੁੰਦਾ, ਮਕਈ ਦਾ ਇਸਤੇਮਾਲ ਹੁੰਦਾ, ਉਹਦੀ ਵਜ੍ਹਾ ਤੋਂ ਅਸੀਂ ਹਲਕਾ ਵੰਡਾ ਇਸਤੇਮਾਲ ਨਹੀਂ ਕਰਦੇ ਕੋਈ ਵੀ। ਬਾਜ਼ ਫਾਰਮਰ ਐਸੇ ਨੇ ਕਿ ਹਲਕਾ ਵੰਡਾ ਇਸਤੇਮਾਲ ਕਰਦੇ ਨੇ, ਜਾਨਵਰ ਸੇਲ ਕਰਦੇ ਨੇ, ਲੇਕਿਨ ਜਿਹੜਾ ਬੰਦਾ ਜਾਨਵਰ ਖਰੀਦਦਾ ਉਹ ਜਾਨਵਰ ਕੁਰਬਾਨੀ ਤੇ ਇਸਤੇਮਾਲ ਜਾਨਵਰ ਤਾਂ ਕਰਦਾ, ਲੇਕਿਨ ਉਹ ਗੋਸ਼ਤ ਦੇ ਵਿੱਚੋਂ ਸਮੈਲ ਆਉਂਦੀ ਹੈ ਕਿਉਂਕਿ ਉਹ ਵੰਡਾ 2 ਨੰਬਰ ਹੁੰਦਾ ਹੈ, ਵੰਡੇ ਦੀ ਕੁਆਲਿਟੀ ਠੀਕ ਨਹੀਂ ਹੁੰਦੀ ਕੋਈ ਵੀ। ਸਾਡੇ ਫਾਰਮ ਦੇ ਉੱਤੇ ਅਲਹਮਦੁਲਿਲਾ ਵੰਡੇ ਦਾ ਬਿਲਕੁਲ ਇਸਤੇਮਾਲ ਸਹੀ ਕੀਤਾ ਜਾਂਦਾ ਹੈ, ਮਕਈ ਦਾ ਇਸਤੇਮਾਲ ਜ਼ਿਆਦਾ ਕੀਤਾ ਜਾਂਦਾ ਹੈ, ਗੰਦਮ ਦਾ ਇਸਤੇਮਾਲ ਜ਼ਿਆਦਾ ਕੀਤਾ ਜਾਂਦਾ ਹੈ। ਇਹ ਜਾਨਵਰਾਂ ਦਾ ਬੜੀ ਅੱਛੀ ਤਰ੍ਹਾਂ ਖਿਆਲ ਰੱਖਦੇ ਆ। ਮਾਸ਼ਾਅੱਲਾ। ਅੱਛਾ ਸਰ, ਤੁਸੀਂ ਜਦੋਂ ਲੈ ਕੇ ਆਉਂਦੇ ਹੋ ਉਦੋਂ ਵੰਡਾ ਕੰਮ ਖਿਲਾਉਂਦੇ ਹੋ, ਆਸਤਾ ਤੁਸੀਂ ਉਹਨੂੰ ਵਧਾਉਂਦੇ ਹੋ, ਤੇ ਸ਼ੁਰੂ ਦਿਨ 'ਚ ਕਿੰਨਾ ਖਰਚਾ ਹੁੰਦਾ ਇੱਕ ਜਾਨਵਰ ਤੇ ਜਿਉਂ ਵਕਤ ਗੁਜ਼ਰਦਾ ਉਹਦਾ ਖਰਚਾ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਹੁੰਦਾ? ਇਹਦਾ ਖਰਚਾ ਜਿਹੜਾ ਹੈ ਤਕਰੀਬਨ ਕੋਈ ਉਹ ਵੰਡਾ ਜਿਹੜਾ ਕੋਈ 50 ਰੁਪਏ ਕਿਲੋ ਹੈ ਜੀ। ਇੱਥੋਂ ਸ਼ੁਰੂ ਹੋ ਕੇ ਤੇ ਕੋਈ 350 ਰੁਪਏ ਤੱਕ ਜਾਂਦਾ ਹੈ ਸਿਰਫ ਉਹਦਾ ਵੰਡਾ। ਬਾਕੀ ਜਿਹੜੀ ਇਹਦੀ ਖੁਰਾਕ ਹੈ, ਪਾਣੀ ਅਸੀਂ ਵੇਸਣ ਪਿਆਉਂਦੇ ਆ ਗਰਮੀ ਦੇ ਵਿੱਚ, ਜੇਠ ਹਾੜ ਦੇ ਵਿੱਚ। ਉਸ ਤੋਂ ਇਲਾਵਾ ਤੇਲ ਛੇਲ ਵੀ ਦੇਈਦਾ ਜਦੋਂ ਫੱਗਣ ਚੇਤਰ ਹੁੰਦਾ, ਤੇ ਖਰਚਾ ਬਥੇਰਾ ਆ ਜਾਂਦਾ। ਲੇਕਿਨ ਸ਼ੁਕਰ ਅੱਲਾਹ ਪਾਕ ਦੀ ਜ਼ਾਤ ਦਾ ਕਿ ਇਸ ਖਰਚਾ ਸਾਰਾ ਕੱਢ ਕੁੱਢ ਕੇ
ਫਿਰ ਵੀ ਇਨਸ਼ਾਅੱਲਾ ਤਾਲਾ ਸਾਨੂੰ 40-50 ਹਜ਼ਾਰ ਰੁਪਇਆ ਜਿਹੜਾ ਨਾ ਇੱਕ ਜਾਨਵਰ ਉਹ ਛੱਡ ਜਾਂਦਾ। ਮਾਸ਼ਾਅੱਲਾ ਤੁਸੀਂ ਜ਼ਿਕਰ ਕੀਤਾ ਹੈ ਕਿ ਜਦੋਂ ਗਰਮੀ ਦਾ ਮੌਸਮ ਹੁੰਦਾ ਉਦੋਂ ਤੁਸੀਂ ਵੇਸਣ ਵਾਲਾ ਪਾਣੀ ਪਿਲਾਉਂਦੇ ਹੋ। ਵੇਸਣ ਤੇ ਸ਼ੱਕਰ ਅਸੀਂ ਖੁਰਲੀਆਂ ਦੇ ਵਿੱਚ ਹੌਦੀਆਂ ਬਣੀਆਂ ਨੇ, ਉਹਨਾਂ ਦੇ ਵਿੱਚ ਹੀ ਅਸੀਂ ਆਪਣੇ ਫਾਰਮ ਦੇ ਵਿੱਚ ਘੋਲ ਕੇ ਵਿੱਚ ਕਈ ਦਫਾ ਬਰਫ਼ ਜਿਹੜੀ ਇਹੀ ਲੈ ਕੇ ਤੇ ਉਹ ਵਿੱਚ ਪਾਉਂਦੇ ਆ ਤੇ ਫਿਰ ਜਾਨਵਰ ਪੀਂਦੇ ਰਹਿੰਦੇ ਨੇ। ਤੇ ਅੱਜ ਕੱਲ ਸਰਦੀ ਦਾ ਮੌਸਮ ਹੈ ਤੇ ਅੱਜ ਕੱਲ ਸਰਦੀ ਤੋਂ ਬਚਾਉਣ ਵਾਸਤੇ ਇਹਨਾਂ ਨੂੰ ਕਿਹੜੀ ਚੀਜ਼ ਦਾ ਇਸਤੇਮਾਲ ਕਰਾਂਗੇ? ਫਾਰਮ ਦੇ ਵਿੱਚ ਉਹਨਾਂ ਨੂੰ ਢੱਕਿਆ, ਕਈ ਦਫਾ ਅਸੀਂ ਉਹਨਾਂ ਨੂੰ ਅੰਦਰ ਅੱਗ ਵੀ ਸਕਾਨੇ ਆ। ਅੱਗ ਤੋਂ ਇਲਾਵਾ ਅਸੀਂ ਉਹਨਾਂ ਨੂੰ ਗੁੜ, ਆਪਣਾ ਮਸਾਲੇ ਬਣਾਏ ਨੇ, ਜਵੈਣ, ਤੁੰਮਾ, ਮੋਟੀ ਇਲਾਚੀ, ਕੌੜ, ਇਸ ਚੀਜ਼ ਦਾ ਅਸੀਂ 8-10 ਦਿਨੀ ਮਸਾਲਾ ਦੇਣਾ ਹੁੰਦਾ। ਇਹਨਾਂ ਤੋਂ ਇਲਾਵਾ 10-15 ਦਿਨੀ ਅਸਾਂ ਅਦਰਕ, ਹਰੀ ਮਿਰਚ, ਇਹਦੀ ਪਿਆਜ਼, ਇਹਦਾ ਹੀ ਜ਼ਿਆਦਾ ਯੂਜ਼ ਕਰਨੇ ਆ ਕਿਉਂਕਿ ਜਾਨਵਰ ਨੂੰ ਪਿਆਜ਼ ਦਿੱਤਾ ਜਾਏ ਤਾਂ ਉਹਦੇ ਅੰਦਰ ਪੇਟ ਸ਼ੇਟ 'ਚ ਦਰਦ ਨਹੀਂ ਰਹਿੰਦੀ। ਤੇ ਇਸ ਵਾਸਤੇ ਅਸੀਂ ਇਹ ਮਸਾਲੇ ਜਿਹੜੇ ਨੇ ਉਹ ਵੀ ਅਸੀਂ 8-10 ਦਿਨੀ ਜ਼ਰੂਰ ਦਿੰਨੇ ਆ। ਠੀਕ ਹੋ ਗਿਆ। ਅੱਛਾ ਮੈਨੂੰ ਇਹ ਦੱਸ ਦਿਓ ਕਿ ਆਪਣੇ ਜਾਨਵਰਾਂ ਦੀ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਰੂਟੀਨ ਰੱਖੀ, ਕਿੰਜ ਉਹਨਾਂ ਦੀ ਦੇਖਭਾਲ ਕਰਦੇ ਹੋ? ਅਸੀਂ ਸਵੇਰ ਜਦੋਂ 5 ਵਜੇ ਉਹਨਾਂ ਨੂੰ ਪੱਠੇ ਪਾਣੇ ਨੇ ਤੇ ਅਸਾਂ 9 ਵਜੇ ਤੱਕ ਉਹਨਾਂ ਨੂੰ ਪੱਠਿਆਂ ਦੇ ਉੱਤੇ ਹੀ ਰਹਿਣ ਦੇਣਾ। ਪੱਠੇ ਖਾਣ, ਪਾਣੀ ਪੀਣ, ਉਸ ਤੋਂ ਬਾਅਦ ਉਹਨਾਂ ਨੂੰ ਕੱਚੇ ਥਾਂ ਤੇ ਬਿਠਾ ਦੇਣਾ ਹੁੰਦਾ ਔਰ 2 ਵਜੇ ਤੱਕ ਉਹਨਾਂ ਨੂੰ ਪਿਛਾਂ ਹੀ ਰਹਿਣ ਦੇਣਾ। ਉਸ ਤੋਂ ਬਾਅਦ 2 ਵਜੇ ਫਿਰ ਉਹਨਾਂ ਨੂੰ ਚਾਰਾ ਡਾਲ ਦੇਣਾ। ਠੀਕ। ਹਾਂਜੀ। ਤੇ ਅੱਗੇ ਨਮਕ ਦੇ ਢੇਲੇ ਰੱਖੇ ਨੇ, ਜਦੋਂ ਦਿਲ ਕਰੇ ਉਹਨਾਂ ਦਾ ਉਹ ਲੂਣ ਚੱਟਣ। ਖੁਰਲੀਆਂ ਨੇ, ਉਹਨਾਂ ਦੇ ਵਿੱਚ ਆਟੋਮੈਟਿਕ ਪਾਣੀ ਹੈ, ਜਦੋਂ ਮਰਜ਼ੀ ਉਹਨਾਂ ਦਾ ਦਿਲ ਕਰੇ ਪਾਣੀ ਪੀਣ। ਤੇ ਸਵੇਰ ਜਦੋਂ ਵੱਛੇ ਅਸਾਂ ਪਿਛਾਂ ਕਰ ਲੈਣਾ ਤੇ ਪਾਣੀ ਖੋਲ ਦੇਣਾ। ਜਦੋਂ ਅਸਾਂ ਵੱਛੇ ਉੱਤੇ ਬੰਨੇ ਨੇ ਫਿਰ ਅਸਾਂ ਤਾਜ਼ਾ ਪਾਣੀ ਜਿਹੜਾ ਨਾ ਮੋਟਰ ਚਲਾ ਕੇ ਤੇ ਉਹਨਾਂ ਦਾ ਪਾਣੀ ਤਾਜ਼ਾ ਉਹਨਾਂ ਦੇ ਅੱਗੇ ਕਰਨਾ। ਅੱਛਾ ਇੱਕ ਚੀਜ਼ ਮੈਨੂੰ ਦੱਸ ਦਿਓ ਕਿ ਇੰਨੇ ਜਾਨਵਰਾਂ ਨੂੰ 20 ਜਾਨਵਰਾਂ ਨੂੰ ਸੰਭਾਲਣ ਲਈ ਕਿੰਨੇ ਮੁਲਾਜ਼ਮ ਰੱਖੇ ਨੇ ਤੁਸੀਂ? ਅਸੀਂ 20 ਜਾਨਵਰਾਂ ਵਾਸਤੇ 2 ਕੁ ਮੁਲਾਜ਼ਮ ਰੱਖੇ ਨੇ ਤੇ ਉਹ ਹੀ ਕਾਫੀ ਨੇ ਇਨਸ਼ਾਅੱਲਾ ਤਾਲਾ, ਉਹਨਾਂ ਨੂੰ ਸਾਂਭੀ ਜਾਂਦੇ ਨੇ। ਹਾਂਜੀ। ਤੇ ਮੁਲਾਜ਼ਮ ਦੀ ਸਰ ਤਨਖਾਹ ਕੀ ਚੱਲਦੀ ਹੈ ਵੀ ਕੀ ਤਨਖਾਹ ਦੇ ਰਹੇ ਉਹਨਾਂ ਨੂੰ? ਤਨਖਾਹ ਹੀ 30,000 ਰੁਪਇਆ ਦਿੰਨੇ ਆ ਪੈ। ਰੋਟੀ ਟੁੱਕਰ, ਕੱਪੜਾ, ਜੁੱਤੀ, ਹਰ ਸ਼ੈ ਅਸੀਂ ਉਹਨਾਂ ਨੂੰ ਨਾ ਦਿੰਨੇ ਆ। 30,000 ਇੱਕ ਮੁਲਾਜ਼ਮ ਨੂੰ? ਇੱਕ ਮੁਲਾਜ਼ਮ ਨੂੰ। ਇੰਨੀ ਜ਼ਿਆਦਾ ਤਨਖਾਹ ਕਿੰਜ ਅਫੋਰਡ ਕਰਦੇ ਹੋ? ਬਸ ਸਾਡੇ ਜਾਨਵਰ ਹੀ ਅੱਲਾਹ ਪਾਕ ਦੇ ਫਜ਼ਲੋ ਕਰਮ ਨਾਲ ਇਸ ਤਰ੍ਹਾਂ ਤਿਆਰ ਹੋ ਜਾਂਦੇ ਨੇ ਕਿ ਅਸੀਂ ਸਾਰੀ ਖੁਰਾਕ ਵੀ ਮੁਲਾਜ਼ਮ ਵੀ ਜਿਹੜੇ ਨੇ ਉਹ ਰਾਜ਼ੀ ਹੋ ਜਾਂਦੇ। ਜਾਨਵਰ ਤੁਹਾਡੇ ਸਾਹਮਣੇ ਨੇ, ਜਾਨਵਰ ਤੁਸੀਂ ਵੇਖੇ ਹੋਣੇ ਨੇ ਕਿ ਸਾਡੇ ਜਾਨਵਰਾਂ ਦੀ ਕੁਆਲਿਟੀ, ਖੂਬਸੂਰਤੀ ਤੁਸੀਂ ਵੇਖੀ ਹੈ ਸਾਡੇ ਜਾਨਵਰਾਂ ਜੀ। ਮਾਸ਼ਾਅੱਲਾ ਸਰ ਨਜ਼ਰ ਆ ਰਹੇ ਨੇ। ਪਰ ਅਸੀਂ ਇਸ ਤੋਂ ਪਹਿਲੇ ਵੱਡੇ ਫਾਰਮਾਂ ਤੇ ਵੀ ਗਏ ਆ। ਇਹ ਭੈਂਸਾਂ ਦੇ ਫਾਰਮ ਨੇ, ਗਾਵਾਂ ਦੇ ਫਾਰਮ ਨੇ। ਜ਼ਿਆਦਾ ਤੋਂ ਜ਼ਿਆਦਾ ਕੋਈ 15 ਨਹੀਂ ਤੇ 20,000 ਦਿੰਦਾ ਹੋਏਦਾ ਜਿਹੜਾ ਨਾ ਮੁਲਾਜ਼ਮ ਨੂੰ ਤਨਖਾਹ। ਤੁਸੀਂ ਮਾਸ਼ਾਅੱਲਾ 30,000 ਦਿੰਦੇ ਹੋ। ਕੀ ਵਜ੍ਹਾ ਕਿ ਤੁਸੀਂ ਆਪਣੇ ਮੁਲਾਜ਼ਮਾਂ ਨੂੰ ਉਨੀ ਜ਼ਿਆਦਾ ਤਨਖਾਹ ਕਿਉਂ ਦਿੰਦੇ ਹੋ? ਅਸਲ ਸਾਰਾ ਕੰਮ ਹੁੰਦਾ ਸ਼ੌਕ ਦੇ ਨਾਲ। ਕੋਈ ਵੀ ਫਾਰਮਿੰਗ, ਕੋਈ ਵੀ ਅਗਰ ਅਸੀਂ ਬਿਜ਼ਨਸ ਕਰ ਰਹੇ ਆ, ਸਾਰਾ ਅਗਰ ਸ਼ੌਕ ਸਾਡਾ ਹੋਏ ਤੇ ਫਿਰ ਅਸੀਂ ਬਿਜ਼ਨਸ ਅੱਛੇ ਤਰੀਕੇ ਨਾਲ ਕਰ ਸਕਨੇ ਆ। 30,000 ਅਸੀਂ 2 ਮੁਲਾਜ਼ਮਾਂ ਨੂੰ ਸੈਲਰੀ ਦਿੰਦੇ ਆ। ਉਸ ਤੋਂ ਇਲਾਵਾ ਗੋਬਰ ਵਾਸਤੇ, ਗੋਬਰ ਹਟਾਉਣ ਵਾਸਤੇ ਸੈਪਰੇਟ ਅਲੱਗਾ ਬੰਦਾ ਰੱਖਿਆ ਹੈ। ਠੀਕ ਹੈ। ਅੱਲਾਹ ਦਾ ਬੜਾ ਹੀ ਸ਼ੁਕਰ ਹੈ, ਬੜਾ ਹੀ ਅੱਲਾਹ ਪਾਕ ਦਾ ਕਰਮ ਹੈ ਕਿ ਸਾਨੂੰ ਅੱਲਾਹ ਤਾਲਾ ਦੀ ਜ਼ਾਤ ਬਹੁਤ ਜ਼ਿਆਦਾ ਬਿਜ਼ਨਸ 'ਚ ਬਹੁਤ ਜ਼ਿਆਦਾ ਪ੍ਰੋਫਿਟ ਦੇ ਰਹੀ ਹੈ। ਮਾਸ਼ਾਅੱਲਾ। ਸਾਡੀ ਸੋਚ ਵੀ ਨਹੀਂ 5-6 ਮਹੀਨੇ ਜਾਨਵਰ ਹੀ ਸਾਹਮਣੇ, ਉਸ ਤੋਂ ਬਾਅਦ ਸਾਨੂੰ ਲੱਖਾਂ ਦੇ ਹਿਸਾਬ ਨਾਲ ਅੱਲਾਹ ਤਾਲਾ ਪ੍ਰੋਫਿਟ ਦੇ ਰਿਹਾ। ਮਾਸ਼ਾਅੱਲਾ। ਉਹ ਮੈਂ ਤੇ ਸਾਰਿਆਂ ਭਾਈਆਂ ਨੂੰ ਰਿਕੁਐਸਟ ਕਰਾਂਗਾ, ਸਭ ਲੋਕਾਂ ਨੂੰ ਇਹ ਦੱਸਨੇ ਆ ਕਿ ਯਾਰ ਬੜਾ ਅੱਛਾ ਬਿਜ਼ਨਸ ਹੈ। ਠੀਕ ਹੈ। ਤੁਸੀਂ ਬਾਹਰ ਜਾਂਦੇ ਹੋ, ਬਾਹਰ ਜਾ ਕੇ ਜ਼ਲੀਲ ਹੁੰਦੇ ਹੋ, ਧੱਕੇ ਖਾਂਦੇ ਹੋ, ਦਿਹਾੜੀਆਂ ਕਰਦੇ ਹੋ, ਦਿਨ ਰਾਤ ਤੁਸੀਂ ਇੱਕ ਕੀਤੀ ਹੁੰਦੀ ਹੈ, ਲੇਕਿਨ ਤੁਹਾਨੂੰ ਪੈਸੇ ਨਹੀਂ ਬਚਦੇ ਕੋਈ ਵੀ। ਬਾਹਰ ਵਾਲੇ ਕਿਸੇ ਬੰਦੇ ਨੂੰ ਤੁਸੀਂ ਪੁੱਛ ਲਓ ਕਹੇਗਾ ਬਹੁਤ ਮੁਸ਼ਕਲ ਹਾਲਾਤ ਨੇ, ਬਹੁਤ ਮੁਸ਼ਕਲ ਹਾਲਾਤ ਨੇ। ਪਾਕਿਸਤਾਨ ਦੇ ਵਿੱਚ ਤੁਸੀਂ ਮਿਹਨਤ ਕਰੋ, ਅੱਲਾਹ ਤਾਲਾ ਨੇ ਬਹੁਤ ਜ਼ਿਆਦਾ ਜੋ ਹੈ ਨਾ ਇਧਰ ਪੈਸਾ ਰੱਖਾ हुआ है। ਜੀ ਸਰ ਮਿਹਨਤ ਜ਼ਰੂਰੀ ਹੈ, ਮਿਹਨਤ ਜ਼ਰੂਰੀ ਹੈ ਇਧਰ। ਮਾਸ਼ਾਅੱਲਾ ਤੁਸੀਂ ਕਾਫੀ ਕੀਮਤੀ ਗੱਲਾਂ ਦੱਸੀਆਂ ਨੇ। ਇਹ ਦੱਸੋ ਜਿਹੜੇ ਤੁਹਾਡੇ ਜਾਨਵਰ ਨੇ ਉਹ ਤੁਹਾਡੇ ਫਾਰਮ ਤੇ ਸੇਲ ਹੁੰਦੇ ਨੇ ਜਾਂ ਕਿ ਫਿਰ ਤੁਸੀਂ ਜਦੋਂ ਈਦ ਕਰੀਬ ਆ ਜਾਂਦੀ ਹੈ ਮੰਡੀ ਲੈ ਕੇ ਜਾਂਦੇ ਹੋ? ਫਾਰਮ ਸਾਡੇ ਪਹਿਲੇ ਸਾਲ ਫਾਰਮ ਹੀ ਤੇ ਲੈ ਕੇ ਹਾਂ ਮੰਡੀ ਦੇ ਵਿੱਚ ਜੀ, ਲੇਕਿਨ ਆਸਤਾ ਆਸਤਾ ਸਾਡੇ ਤਕਰੀਬਨ ਸਾਰੇ ਬੱਚੇ ਸਾਡੇ ਫਾਰਮ ਤੇ ਸੇਲ ਹੋ ਜਾਂਦੇ ਨੇ। ਸਾਨੂੰ ਮੰਡੀ ਦੇ ਵਿੱਚ ਜਾਣ ਦੀ ਜ਼ਰੂਰਤ ਕੋਈ ਵੀ। ਅੱਛਾ ਮੁਦੱਸਰ ਸਾਹਿਬ, ਤੁਹਾਡਾ ਮਾਸ਼ਾਅੱਲਾ ਕਾਫੀ ਤਜਰਬਾ ਹੈ ਖਰੀਦਦਾਰੀ ਦੇ ਮੁਤਲਕ। ਤੁਸੀਂ ਦੱਸਿਆ ਹੈ ਜਦੋਂ ਜਾਨਵਰ ਨੂੰ ਸੇਲ ਕਰਨਾ ਹੈ ਉਦੋਂ ਨੂੰ ਕਿਹੜੇ ਲਿਹਾਜ਼ ਨਾਲ ਸੇਲ ਕਰਨਾ, ਉਹਦੀ ਕੀਮਤ ਦਾ ਕਿੰਜ ਤਯੀਨ ਕਰਨਾ ਹੈ, ਕਿਉਂਕਿ ਈਦ ਉੱਤੇ ਰੇਟ ਅੱਛਾ ਵੀ ਮਿਲ ਜਾਂਦਾ, ਬਾਜ਼ ਔਕਾਤ ਮੰਡੀ ਡਾਊਨ ਹੋ ਜਾਂਦੀ ਹੈ, ਨੁਕਸਾਨ ਵੀ ਹੋ ਜਾਂਦਾ ਹੈ। ਇਹੀ ਤਾਂ ਵੇਖੋ ਭਾਈ ਜਾਨ, ਜਦੋਂ ਦਾ ਅਸੀਂ ਕੰਮ ਸ਼ੁਰੂ ਕੀਤਾ ਫਿਲਹਾਲ ਸਾਡੇ ਨਾਲ ਇਸ ਤਰ੍ਹਾਂ ਦਾ ਕੋਈ ਮਸਲਾ ਨਹੀਂ। ਉਹਦੀ ਵਜ੍ਹਾ ਹੈ ਕਿ ਸਾਡੇ ਜਾਨਵਰ ਇੰਨੇ ਕੁ ਖੂਬਸੂਰਤ ਹੁੰਦੇ ਨੇ ਕਿ ਲੋਕ ਖੁਦ ਜਰਾ ਨਾ ਸਾਡੀ ਤਵੱਕੇ ਤੋਂ ਜ਼ਿਆਦਾ ਉਹਦੇ ਪੈਸੇ ਦੇ ਹਟਦੇ ਨੇ। ਮਾਸ਼ਾਅੱਲਾ।
ਪਹਿਲਾਂ ਹੀ ਮੈਂ ਤੁਹਾਨੂੰ ਕਹਿ ਚੁੱਕਿਆ ਕਿ ਸਿਰਫ ਜਾਨਵਰ ਦੀ ਖੂਬਸੂਰਤੀ ਤੇ ਲੋਕ ਪੈਸੇ ਦਿੰਦੇ ਨੇ। ਜਿੰਨਾ ਜ਼ਿਆਦਾ ਜਾਨਵਰ ਖੂਬਸੂਰਤ ਹੋਏਗਾ ਉਹਨੇ ਜ਼ਿਆਦਾ ਪੈਸੇ ਦੇਣਗੇ ਜੀ। ਅੱਛਾ ਮਲਕ ਸਾਹਿਬ, ਤੁਸੀਂ ਇਹ ਦੱਸੋ ਕਿ ਇਹ ਜਿਹੜਾ ਕਾਰੋਬਾਰ ਹੈ, ਕੋਈ ਵੀ ਕਾਰੋਬਾਰ ਹੈ, ਉਹਦੇ 'ਚ ਨਫਾ ਨੁਕਸਾਨ ਤੇ ਅੱਲਾ ਦੀ ਤਰਫੋਂ ਹੈ। ਬੇਸ਼ੱਕ। ਇਹ ਜਿਹੜੇ ਲੋਕ ਨਾਕਾਮ ਹੁੰਦੇ ਨੇ ਉਹਨਾਂ ਦੀ ਨਾਕਾਮੀ ਦੀ ਕੀ ਵਜ੍ਹਾ ਹੁੰਦੀ ਹੈ? ਕਿਹੜੀਆਂ ਕੁਝ ਐਸੀਆਂ ਗੱਲਾਂ ਨੇ ਜਿਨ੍ਹਾਂ ਦਾ ਖਿਆਲ ਰੱਖਣਾ ਚਾਹੀਦਾ ਤਾਂ ਕਿ ਬੰਦਾ ਨਾਕਾਮ ਨਾ ਹੋਏ, ਉਹਨੂੰ ਕਾਮਯਾਬੀ ਮਿਲੇ? ਸਭ ਤੋਂ ਪਹਿਲਾਂ ਤੇ ਆਪਣੇ ਮੁਲਾਜ਼ਮ ਨੂੰ ਖੁਸ਼ ਰੱਖਣਾ ਚਾਹੀਦਾ। ਉਹ ਅਗਰ ਉਹ ਖੁਸ਼ ਹੈ ਤਾਂ ਫਿਰ ਜਾਨਵਰਾਂ ਦੀ ਦੇਖਭਾਲ ਅੱਛੀ ਕਰੇਗਾ, ਉਹਨਾਂ ਨੂੰ ਚੰਗਾ ਪਾਏਗਾ, ਮਾਲਕ ਨੂੰ ਕਹੇਗਾ ਇਸ ਜਾਨਵਰ ਨੂੰ ਵੇਖੋ ਇਹ ਠੀਕ ਨਹੀਂ, ਇਹਦੇ ਵਾਸਤੇ ਡਾਕਟਰ ਮੰਗਵਾਓ। ਅਗਰ ਅਸੀਂ ਉਹਨੂੰ ਨਹੀਂ ਖੁਸ਼ ਰੱਖਾਂਗੇ ਤੇ ਉਹ ਸਾਨੂੰ ਕੁਝ ਵੀ ਨਹੀਂ ਦੱਸੇਗਾ, ਉਹ ਖੁਦ ਸਾਨੂੰ ਅੰਦਰ ਖਾਤੇ ਗਾਲਾਂ ਕੱਢਦਾ ਹੋਏਗਾ ਔਰ ਜਾਨਵਰਾਂ ਨੂੰ ਅੱਛਾ ਨਹੀਂ ਸਾਂਭੇਗਾ। ਅਸੀਂ ਉਹਨੂੰ 2-4 ਹਜ਼ਾਰ ਰੁਪਇਆ ਵੱਧ ਦੇ ਕੇ ਉਹਨੂੰ ਖੁਸ਼ ਰੱਖਾਂਗੇ, ਉਹ ਜਾਨਵਰਾਂ ਨੂੰ ਖੁਸ਼ ਰੱਖੇਗਾ, ਉਹਦੀ ਦੇਖਭਾਲ ਚੰਗੀ ਕਰੇਗਾ, ਫਿਰ ਜਾਨਵਰ ਜਿਹੜਾ ਉਹ ਗਰੋਥ ਜ਼ਿਆਦਾ ਕਰੇਗਾ। ਅੱਛਾ ਮੁਦੱਸਰ ਸਾਹਿਬ, ਮਾਸ਼ਾਅੱਲਾ ਤੁਸੀਂ ਐਸੀ ਗੁਫ਼ਤਗੂ ਕੀਤੀ ਹੈ ਕਿ ਦਿਲ ਖੁਸ਼ ਹੋ ਗਿਆ ਤੇ ਇਨਸ਼ਾਅੱਲਾ ਵੇਖਣ ਵਾਲਿਆਂ ਦਾ ਵੀ ਫਾਇਦਾ ਜ਼ਰੂਰ ਹੋਏਗਾ। ਜਿਹੜੇ ਭਾਈ ਵੱਛੇ ਪਾਲਣਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਅੱਛਾ ਜਿਹਾ ਮਸ਼ਵਰਾ ਦੇ ਦਿਓ। ਮੈਂ ਤਾਂ ਸਾਰੇ ਭਾਈਆਂ ਨੂੰ ਆਨਾ ਕਿ ਬਿਜ਼ਨਸ ਕਰਨਾ ਚਾਹੀਦਾ ਹੈ, ਇਹਦੇ 'ਚ ਬਹੁਤ ਜ਼ਿਆਦਾ ਪ੍ਰੋਫਿਟ ਹੈ, ਬਹੁਤ ਜ਼ਿਆਦਾ ਪ੍ਰੋਫਿਟ ਹੈ। ਬਿਜ਼ਨਸ ਕੋਈ ਏਡਾ ਮੁਸ਼ਕਲ ਕੰਮ ਕੋਨੇ ਕੋਈ ਵੀ। ਤੇ ਜਿਹੜੇ ਦੋਸਤ ਅਗਰ ਵੱਛੇ ਲੈਣਾ ਚਾਹੁੰਦੇ ਨੇ ਜਾਂ ਵੱਛਿਆਂ ਦੇ ਕਾਰੋਬਾਰ ਦੇ ਮੁਤਲਕ ਕੋਈ ਮਾਲੂਮਾਤ ਲੈਣਾ ਚਾਹੁੰਦੇ ਨੇ ਤੇ ਤੁਹਾਡੇ ਨਾਲ ਰਾਬਤਾ ਕਰ ਸਕਦੇ ਨੇ? ਬਿਲਕੁਲ ਜੀ, ਇਨਸ਼ਾਅੱਲਾ ਬਹੁਤ ਅੱਛਾ ਮਸ਼ਵਰਾ ਦਾਂਗੇ, ਉਹਨਾਂ ਨੂੰ ਗਾਈਡ ਕਰਾਂਗੇ ਜੀ, ਉਹਨਾਂ ਦੀ ਜਿੱਥੋਂ ਤੱਕ ਹੋ ਸਕੇ ਹੀ ਹੈਲਪ ਕਰਾਂਗੇ। ਇਹ ਸਰ ਆਪਣਾ ਮੋਬਾਈਲ ਨੰਬਰ ਬੋਲ ਦਿਓ। ਮੋਬਾਈਲ ਨੰਬਰ 0345 ਇਹ WhatsApp ਕੋਸ਼ਿਸ਼ ਕਰੋ ਕਿ WhatsApp ਵਾਲਾ ਦੇ ਦਿਓ ਅਗਰ ਆਵੇ ਤੇ। 0345 ਜੀ 68 31 604। ਉਹ ਤੁਹਾਡੇ ਪਿੱਛੇ ਵੀ ਮਾਸ਼ਾਅੱਲਾ ਨੰਬਰ ਲਿਖਿਆ, ਵੀਡੀਓ ਸਾਰੀ ਨੰਬਰ ਆਇਆ ਤੁਹਾਡਾ। ਤੇ ਬਹੁਤ ਸ਼ੁਕਰੀਆ ਭਾਈ, ਬਹੁਤ ਸ਼ੁਕਰੀਆ, ਬਹੁਤ ਬੇਸ਼ਕੀਮਤ ਮਾਲੂਮਾਤ ਦਿੱਤੀਆਂ। अस्सलाम वालेकुम। वालेकुम सलाम।